यूजीसी से उन्होंने जो 2016 के बाद ग्रेड को डीलिंक कर दिया है, इससे हमारी पूरी शिक्षा व्यवस्था जो है पटरी से उतर गई है। टीचर 45 दिन तो तकरीबन चेन हंगर स्ट्राइक ਤੇ ਬੈਠੇ ਸੀ ਤੇ ਉਹਨਾਂ ਨੇ ਆਪਣਾ ਸਰਕਾਰ ਦੇ ਵੱਲੋਂ ਪੱਖ ਪੇਸ਼ ਕੀਤਾ ਤੇ ਸਾਨੂੰ ਹਾਂ ਪੱਖੀ ਮੀਟਿੰਗ ਤੋਂ ਬਾਅਦ ਇੱਥੋਂ ਇਹ ਕਹਿ ਕੇ ਉਠਾਇਆ ਗਿਆ ਕਿ ਤੁਹਾਡਾ ਕੰਮ ਹੋ ਰਿਹਾ ਹੈ। ਇਹੋ ਜਿਹੀ ਸਰਕਾਰ ਤੋਂ ਐਕਸਪੈਕਟੇਸ਼ਨਸ ਨਹੀਂ ਸੀ ਕਿ ਜੇ ਉਹਨਾਂ ਦਾ ਇੰਨੇ ਆਦਰਨੀय ਮੰਤਰੀ ਹਾਇਰ ਐਜੂਕੇਸ਼ਨ ਮਿਨਿਸਟਰ ਜਿਹਦੇ ਅੰਦਰ ਇਹ ਸਾਰਾ ਕੁਝ ਆਉਂਦਾ ਆ, ਉਹ ਆ ਕੇ ਸਾਨੂੰ ਇੱਥੇ ਵਾਅਦਾ ਕਰਕੇ ਟੀਚਰਸ ਨੂੰ ਉਠਾ ਕੇ ਚਲੇ ਗਏ ਆ ਤੇ ਉਸ ਤੋਂ ਬਾਅਦ ਸਰਕਾਰ ਉਹਨਾਂ ਦੀ ਕਈ ਗੱਲ ਨੂੰ ਮੰਨ ਨਹੀਂ ਸਕੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਔਰ 10 ਦੇ ਕਰੀਬ ਮੰਤਰੀਆਂ ਨੂੰ ਜਿਹੜੇ ਹੈ ਵਿਭਾਗ ਵੀ ਸੌਂਪੇ ਜਾ ਚੁੱਕੇ ਆ। ਬਿਲਕੁਲ ਠੀਕ ਉਸੇ ਟਾਈਮ ਤੇ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਰਕਾਰ ਦੇ ਟਾਈਮ ਦੇ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੀ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਮਰਤਿੰਜਿਆ ਕੁਮਾਰ ਔਰ ਜਨਰਲ ਸੈਕਟਰੀ ਅਮਰਜੀਤ ਸਿੰਘ ਨੌਰਾ ਵੀ ਸਾਡੇ ਨਾਲ ਇੱਥੇ ਪੰਜਾਬ ਯੂਨੀਵਰਸਿਟੀ 'ਚ ਮੌਜੂਦ ਨੇ। ਉਹਨਾਂ ਨੂੰ ਸਰਕਾਰ ਤੋਂ ਅਧਿਆਪਕ ਵਰਗ ਨੂੰ ਇਸ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਨੇ ਔਰ ਕੁਝ ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਸਰਕਾਰ ਤੱਕ ਇਹ ਆਪਣੀਆਂ ਦੱਸਣਾ ਚਾਹੁੰਦੇ। ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਟੀਚਰਸ ਦੀਆਂ ਅਧਿਆਪਕ ਵਰਗ ਦੀਆਂ ਕਿਹੜੀਆਂ ਡਿਮਾਂਡਸ ਨੇ ਜਿਹੜੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਔਰ ਕਿਹੜੀਆਂ ਡਿਮਾਂਡਸ ਆ ਜਿਹੜੀਆਂ ਇਹ ਨਵੀਂ ਸਰਕਾਰ ਤੋਂ ਉਮੀਦਾਂ ਦੇ ਰੱਖੀ बैठे ਆ। सत श्री अकाल जी। धन्यवाद कुलदीप जी। सबसे पहले मैं आपके चैनल के माध्यम से पंजाब के चीफ मिनिस्टर भगवंत मान जी और उनकी पूरी कैबिनेट और पूरे महकमे को बधाई देता हूं कि पंजाब ने उनको बहुत ही अच्छी तरीके से सारे चीज़ को देखने के बाद इतनी बड़ी मैंडेट दी है। आपको पता ही है, हमने करीब एक साल लंबा संघर्ष किया था। संघर्ष कई लेवल पर चल रहे थे, लेकिन हमारा जो संघर्ष का बेसिक मुद्दा था वो था 7th पे कमीशन का इम्प्लीमेंटेशन, जो कि आपको पता है कि पूरे देश में लागू हो चुका है, केवल पंजाब को छोड़ करके। और उसके साथ एक मसला था, जिन्होंने यूजीसी से उन्होंने जो 2016 के बाद ग्रेड को डीलिंक कर दिया है, इससे हमारी पूरी शिक्षा व्यवस्था जो है पटरी से उतर गई है। तो जो अब सरकार आई है उनसे विनती है, और ये एक वैलिड डिमांड है, और शायद दिल्ली के एक्सपीरियंस से उनको समझ में भी आ रहा होगा कि शिक्षक ही एक समाज को सही डायरेक्शन देता है। और मेरा ख्याल है उनकी जो वैलिड डिमांड है, उन्होंने कोई एक्स्ट्रा नहीं मांग रखा है। 7th पे कमीशन 6 साल से ऊपर हो गया। कांग्रेस की सरकार को पनिशमेंट मिल चुकी है। आपको पता होना चाहिए, बड़े बड़े मिनिस्टर्स, चीफ मिनिस्टर अपने अपने इलाके से चुनाव हार चुके हैं। इसलिए जिस तरह का जनादेश इनको मिला है और समाज के बेहतर निर्माण के लिए, मेरे को लगता नहीं है कि हमें डिमांड रखना चाहिए। इसको उनको अनकंडीशनली तुरंत लागू करना चाहिए, और जिससे कि एक शिक्षक समाज में एक पॉजिटिव मैसेज जाएगा। और मुझे विश्वास है, अगर ये दोनों मुद्दा 7th पे कमीशन का इम्प्लीमेंटेशन होना और डीलिंकिंग रुक जाता है, तो शिक्षक समाज के साथ साथ विद्यार्थियों का भी भविष्य बनेगा, और पंजाब का जो एजुकेशन पटरी से उतर चुका है वो एक बार फिर पटरी पर आ जाएगी। ਸੋ ਜਿਹੜੀਆਂ ਸਰ ਆਪਣੀ ਪਿਛਲੀ ਵਾਰ ਤੁਹਾਡੀ ਮੰਤਰੀਆਂ ਨਾਲ ਵੀ ਮੀਟਿੰਗ ਹੁੰਦੀਆਂ ਰਹੀਆਂ, ਤੁਹਾਡੀ ਭੁੱਖ ਹੜਤਾਲ ਵੀ ਖਤਮ ਕਰਵਾਈ ਸੀਗੀ। ਸੋ ਉਹਨੂੰ ਮੇਰੇ ਖਿਆਲ ਆਪਣੇ ਮੰਤਰੀ ਸੀਗੇ, ਉਹਨਾਂ ਨੇ ਤੁਹਾਡੇ ਯੂਨੀਵਰਸਿਟੀ 'ਚ ਪਹੁੰਚ ਕੇ ਵੀ ਭੁੱਖ ਹੜਤਾਲ ਖਤਮ ਕਰਾਈ ਸੀ। ਉਸ ਤੋਂ ਬਾਅਦ ਫਿਰ ਜਿਹੜਾ ਕਾਂਗਰਸ ਸਰਕਾਰ ਨੇ ਉਹਨੂੰ ਕਿੰਨਾ ਕੁ ਮੁਕੰਮਲ ਕੀਤਾ, ਜਾਂ ਕਿੱਥੇ ਤੱਕ ਜਿਹੜਾ ਮੁੱਦਾ ਅਟਕਿਆ ਹੋਇਆ ਤੁਹਾਡਾ? ਦੇਖੋ ਕੁਲਦੀਪ ਜੀ, ਜਿਵੇਂ ਕਿ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਕਿ ਸਾਡੀਆਂ ਡਿਮਾਂਡਸ ਕੀ ਨੇ। ਤੁਸੀਂ ਵੀ ਇਸ ਚੀਜ਼ ਤੋਂ ਜਾਣੂ ਹੋ ਚੰਗੀ ਤਰ੍ਹਾਂ ਕਿ ਸਰਦਾਰ ਪ੍ਰਗਟ ਸਿੰਘ ਜੋ ਉਸ ਟਾਈਮ ਦੇ ਹਾਇਰ ਐਜੂਕੇਸ਼ਨ ਮਿਨਿਸਟਰ ਸੀ, ਉਹ ਇੱਥੇ ਆਏ ਸੀ ਤੇ ਟੀਚਰ 45 ਦਿਨ ਤੋਂ ਤਕਰੀਬਨ ਚੇਨ ਹੰਗਰ ਸਟ੍ਰਾਈਕ ਤੇ ਬੈਠੇ ਸੀ ਤੇ ਉਹਨਾਂ ਨੇ ਆਪਣਾ ਸਰਕਾਰ ਦੇ ਵੱਲੋਂ ਪੱਖ ਪੇਸ਼ ਕੀਤਾ ਤੇ ਸਾਨੂੰ ਹਾਂ ਪੱਖੀ ਮੀਟਿੰਗ ਤੋਂ ਬਾਅਦ ਇੱਥੋਂ ਇਹ ਕਹਿ ਕੇ ਉਠਾਇਆ ਗਿਆ ਕਿ ਤੁਹਾਡਾ ਕੰਮ ਹੋ ਰਿਹਾ ਹੈ। ਜਿਵੇਂ ਕਿ ਮਰਤੁੰਜਾ ਜੀ ਨੇ ਪਹਿਲਾਂ ਕਿਹਾ ਕਿ ਉਹਨਾਂ ਨੇ ਵਾਅਦਾ ਖਿਲਾਫੀ ਸਿਰਫ ਲੋਕਾਂ ਨਾਲ ਨਹੀਂ ਕੀਤੀ, ਉਹਨਾਂ ਨੇ ਵਾਅਦਾ ਖਿਲਾਫੀ ਆਪਣਿਆਂ ਨਾਲ ਵੀ, ਆਪਣੇ ਮੰਤਰੀਆਂ ਨਾਲ ਵੀ ਕੀਤੀ।
ਇਹੋ ਜਿਹੀ ਸਰਕਾਰ ਤੋਂ ਐਕਸਪੈਕਟੇਸ਼ਨਸ ਨਹੀਂ ਸੀ ਕਿ ਜੇ ਉਹਨਾਂ ਦਾ ਇੰਨੇ ਆਦਰਨੀय ਮੰਤਰੀ ਹਾਇਰ ਐਜੂਕੇਸ਼ਨ ਮਿਨਿਸਟਰ ਜਿਹਦੇ ਅੰਦਰ ਇਹ ਸਾਰਾ ਕੁਝ ਆਉਂਦਾ ਆ, ਉਹ ਆ ਕੇ ਸਾਨੂੰ ਇੱਥੇ ਵਾਅਦਾ ਕਰਕੇ ਟੀਚਰਸ ਨੂੰ ਉਠਾ ਕੇ ਚਲੇ ਗਏ ਆ, ਤੇ ਉਸ ਤੋਂ ਬਾਅਦ ਸਰਕਾਰ ਉਹਨਾਂ ਦੀ ਕਈ ਗੱਲ ਨੂੰ ਮੰਨ ਨਹੀਂ ਸਕੀ। ਇਹ ਬੜੀ ਵਿਚਿੱਤਰ ਜਿਹੀ ਗੱਲ ਲੱਗਦੀ ਹੈ ਕਿ ਇਸ ਤਰ੍ਹਾਂ ਸਰਕਾਰ ਕਿਵੇਂ ਚੱਲੇਗੀ ਜਿੱਥੇ ਹਾਇਰ ਐਜੂਕੇਸ਼ਨ ਮਿਨਿਸਟਰ ਦਾ ਕੋਈ ਪ੍ਰਪੋਜ਼ਲ ਜਿਹੜਾ ਕਿ ਜੈਨੂਇਨ ਪ੍ਰਪੋਜ਼ਲ, ਐਸਾ ਕੋਈ ਨਹੀਂ ਹੈ ਕਿ ਉਹਨਾਂ ਨੇ ਕੋਈ ਨਵੀਂ ਚੀਜ਼ ਦੇ ਦਿੱਤੀ ਸੀ, ਸਾਰੇ ਦੇਸ਼ 'ਚੋਂ ਲਾਗੂ ਹੋ ਚੁੱਕੀ ਸੀ। ਜੇ ਉਹਨੂੰ ਅਸੀਂ ਨਹੀਂ ਮੰਨਾਂਗੇ ਤਾਂ ਫਿਰ ਸਰਕਾਰ ਨੂੰ ਵਾਕਈ ਜੋ ਲੋਕਾਂ ਨੇ ਆਪਣੇ ਲੋਕਤੰਤਰ ਦਾ ਹੱਕਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਰਸਤਾ ਜਿੱਧਰ ਦਾ ਦਿਖਾਇਆ ਹੈ, ਤੇ ਇਸ ਦੇ ਨਾਲ ਹੀ ਨਾਲ ਅਸੀਂ ਨਵੀਂ ਸਰਕਾਰ ਨੂੰ ਵੀ ਇਹ ਆਸ ਰੱਖਦੇ ਹਾਂ ਉਹਨਾਂ ਨੂੰ, ਕਿਉਂਕਿ ਨਵੀਂ ਆਈ ਹੈ, ਪਹਿਲਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈ ਵੀ ਦਿੰਦੇ ਹਾਂ, ਤੇ ਆਸ ਵੀ ਇਹ ਰੱਖਦੇ ਹਾਂ ਕਿ ਜੋ ਕਮੀਆਂ ਰਹਿ ਗਈਆਂ ਪਿਛਲੀਆਂ ਸਰਕਾਰ ਦੇ, ਜਿਨ੍ਹਾਂ ਦੇ ਬੇਸ ਤੇ ਲੋਕਾਂ ਨੂੰ ਉਹਨਾਂ ਨੇ ਬਦਲਦੇ ਰੂਪ ਵਿੱਚ ਲਿਆਂਦਾ ਹੈ, ਤੇ ਉਹ ਕਿਤੇ ਉਹਨਾਂ ਤੋਂ ਪਿੱਛੇ ਨਾ ਰਹਿ ਜਾਣ, ਤੇ ਬਿਨਾਂ ਕੋਈ ਸਮਾਂ ਖੁੰਝਿਆ ਹੋਇਆ ਉਹਨਾਂ ਕੋਲ ਇੱਕ ਸੁਨਹਿਰੀ ਮੌਕਾ ਹੈ ਕਿ ਹਾਇਰ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਇੱਕ ਨਿਰਾਸ਼ਵਾਦੀ ਸੋਚ ਇੱਕ ਪੈਦਾ ਹੋ ਗਈ ਹੈ, ਉਹਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ, ਤੇ ਉਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਤੋਂ ਜਲਦੀ ਪੂਰਾ ਕੀਤਾ ਜਾਵੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਪੀ ਫੈਕਟੋ ਵੱਲੋਂ ਜੋ ਟੀਚਰਸ ਦੀ ਡੈਲੀਗੇਸ਼ਨ ਉਹਨਾਂ ਨੂੰ ਫਿਰ ਇੱਕ ਵਾਰ ਜਾਣੂ ਕਰਵਾਈਏ, ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਦੀ ਭਣਕ ਸਾਰੇ ਸੂਬੇ ਵਿੱਚ ਪੈ ਚੁੱਕੀ ਸੀ ਚੋਣਾਂ ਦੇ ਵੇਲੇ, ਤੇ ਸਰਕਾਰ ਇਸ ਤੋਂ ਬੜੀ ਜਾਣੂ ਹੈ, ਤੇ ਉਹ ਬਿਨਾਂ ਕੁਛ ਦਿਨਾਂ ਦੀ ਵੀ ਦੇਰੀ ਕੀਤਿਆਂ ਸਾਡੇ ਜੋ ਮਾਣਯੋਗ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਮਾਨ ਜੀ, ਤੇ ਮੇਨ ਜਿਹੜੀ ਉਹਨਾਂ ਦੀ ਇੱਕ ਸੋਚ ਹੈ ਜੋ ਲੱਗਦੀ ਹੈ ਕਿ ਪੰਜਾਬ ਪ੍ਰਤੀ ਇੱਕ ਨਵੀਂ ਸੋਚ ਰੱਖਦੇ ਨੇ, ਸਿੱਖਿਆ ਪ੍ਰਤੀ ਇੱਕ ਨਵੀਂ ਸੋਚ ਰੱਖਦੇ ਨੇ, ਉਸ ਤੋਂ ਉਹਨਾਂ ਨੇ ਜੋ ਆਪਣੇ ਮਿਨਿਸਟਰ ਨੂੰ ਵੀ ਹਦਾਇਤਾਂ ਦਿੱਤੀਆਂ ਨੇ, ਹਰਪਾਲ ਚੀਮਾ ਜੀ ਜਿਹੜੇ ਕਿ ਸਾਡੇ ਫਾਈਨਾਂਸ ਮਿਨਿਸਟਰ ਸੀ, ਇਹਨਾਂ ਦੋਨਾਂ ਦਾ ਬਹੁਤ ਵੱਡਾ ਰੋਲ ਹੈ, ਤੇ ਅਸੀਂ ਫਿਰ ਇੱਕ ਵਾਰੀ ਮੀਡੀਆ ਦੇ ਮਾਧਿਅਮ ਦੇ ਥਰੂ ਉਹਨਾਂ ਤੱਕ ਅਪੀਲ ਕਰਦੇ ਹਾਂ ਕਿ ਜੋ ਪੀ ਫੈਕਟੋ ਦੀਆਂ ਡਿਮਾਂਡ ਸੀ, ਜੋ ਹਾਇਰ ਐਜੂਕੇਸ਼ਨ ਯੂਨੀਵਰਸਿਟੀ ਦੇ ਟੀਚਰਸ ਤੇ ਕਾਲਜਸ ਦੇ ਟੀਚਰਸ ਦੀ ਡਿਮਾਂਡ ਸੀ, ਉਹਨੂੰ ਬਿਨਾਂ ਦੇਰੀ ਕੀਤਿਆਂ ਇੱਕਦਮ ਲਾਗੂ ਕਰ ਦੇਣ। ਸੋ ਅਸੀਂ ਸੁਣਿਆ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਡਾਕਟਰ ਮਰਤਿੰਜਾ ਕੁਮਾਰ ਔਰ ਜਨਰਲ ਸੈਕਟਰੀ ਪ੍ਰੋਫੈਸਰ ਅਮਰਜੀਤ ਸਿੰਘ ਨੌਰਾ ਦੀ ਜ਼ੁਬਾਨੀ ਕਿ ਉਹਨਾਂ ਨੂੰ ਜਿਹੜੇ ਟੀਚਰ ਵਰਗ ਨੂੰ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਟੀਚਰ ਵਰਗ ਨੂੰ, ਅਧਿਆਪਕ ਵਰਗ ਨੂੰ ਨਵੀਂ ਸਰਕਾਰ ਤੋਂ, ਭਗਵੰਤ ਮਾਨ ਸਰਕਾਰ ਤੋਂ ਕਿੰਨੀਆਂ ਉਮੀਦਾਂ ਨੇ ਕਿ ਪੁਰਾਣੀ ਕਾਂਗਰਸ ਸਰਕਾਰ ਦੇ ਮੰਤਰੀ ਵੀ ਜਿਹੜੇ ਸਿੱਖਿਆ ਮੰਤਰੀ ਖੁਦ ਭੁੱਖ ਹੜਤਾਲ ਖਤਮ ਕਰਵਾਉਣ ਦੇ ਬਾਵਜੂਦ ਆਪਣੇ ਵਾਅਦੇ ਦੇ ਉੱਪਰ ਪੂਰਾ ਨਹੀਂ ਉਤਰ ਸਕੇ। ਟੀਚਰ ਵਰਗ ਨਾਲ, ਅਧਿਆਪਕ ਵਰਗ ਨਾਲ ਜਿਹੜੀ ਹੈ ਇੱਕ ਟੀਚਰ ਹੀ ਇਹਨੂੰ ਸਮਝਿਆ ਜਾ ਸਕਦਾ ਕਿ ਟੀਚਰ ਨਾਲ ਟੀਚਰ ਹੋਈ ਹੈ ਇੱਕ ਤਰ੍ਹਾਂ ਦੀ ਕਾਂਗਰਸ ਸਰਕਾਰ ਦੇ ਟਾਈਮ 'ਚ। ਇਹਨਾਂ ਦੀ ਹੁਣ ਅਗਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਉਮੀਦ ਟਿਕੀ ਹੋਈ ਹੈ ਕਿ ਜਿਹੜੀ ਅਧਿਆਪਕ ਵਰਗ ਦੀਆਂ 7ਵਾਂ ਪੇ ਕਮਿਸ਼ਨ ਜਾਂ 2016 ਤੋਂ ਬਾਅਦ ਜਿਹੜੇ ਭਰਤੀ ਹੋਣ ਵਾਲੇ ਟੀਚਰਾਂ ਨੂੰ ਉਹਨਾਂ ਦੀ ਤਨਖਾਹਾਂ UGC ਨਾਲੋਂ ਡੀ-ਲਿੰਕ ਕਰਨ ਦਾ ਜਿਹੜਾ ਮੁੱਦਾ ਉਹ ਵਾਪਸ ਲਿਆ ਜਾਵੇ, ਔਰ 7ਵਾਂ ਪੇ ਕਮਿਸ਼ਨ ਅਧਿਆਪਕਾਂ ਨੂੰ ਜਿਹੜਾ ਲਾਗੂ ਕੀਤਾ ਜਾਵੇ ਤੁਰੰਤ ਬਿਨਾਂ ਕਿਸੇ ਦੇਰੀ ਕੀਤਿਆਂ। ਸੋ ਇਸੇ ਉਮੀਦ ਨਾਲ ਜਿਹੜੇ ਅਧਿਆਪਕ ਵਰਗ ਫਿਲਹਾਲ ਸਰਕਾਰ ਤੇ ਟੇਕ ਲਾਈ ਬੈਠਾ ਕਿ ਕਦੇ ਸਰਕਾਰ ਜਿੰਨੀ ਜਲਦੀ ਹੋ ਸਕੇ ਉਸ ਚੀਜ਼ ਨੂੰ ਅਧਿਆਪਕ ਵਰਗ ਦੀਆਂ ਮੰਗਾਂ ਨੂੰ ਪੂਰਾ ਕਰੇਗੀ। ਸੋ ਦੇਖਦੇ ਹੋ ਕਿ ਸਰਕਾਰ ਕਿੰਨੀ ਕੁ ਛੇਤੀ ਔਰ ਕਿੰਨੀ ਕੁ ਗੰਭੀਰਤਾ ਨਾਲ ਇਹਨਾਂ ਦੀ ਜਿਹੜੀ ਮੰਗ ਨੂੰ ਪੂਰਾ ਕਰਦੀ ਹੈ, ਨਿਪਰੇ ਚੜ੍ਹਦੀ ਹੈ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਕੈਮਰਾਮੈਨ ਪਰਮਿੰਦਰ ਸਿੰਘ ਨਾਲ ਮੈਂ ਕੁਲਦੀਪ ਸਿੰਘ, ਧੰਨਵਾਦ।